ਹੈਲੋ एवरीवन ਵੈਲਕਮ ਟੂ ਸਟਰੀ ਸ਼ੌਕਤ ਸਟਰੀ ਬਿਕਮਸ ਈਜ਼ੀਅਰ ਛੱਡ ਪੈਂਦੀ ਈਟੀਟੀ ਤੇ 22 ਜਿਹੜੀ ਪੋਸਟਾਂ ਦੀ ਸਕਰੂਟਨੀ ਲਿਸਟ ਆ ਚੁੱਕੀ ਹੈ ਤੇ ਸਭ ਤੋਂ ਜ਼ਿਆਦਾ ਕੁਐਸਚਨਸ ਜਿਹੜੇ ਕਮੈਂਟਸ ਉਹਦੇ ਵਿੱਚ ਆ ਰਹੇ ਆ ਓਡੀਐਲ ਦੇ ਪ੍ਰੂਫ ਨੂੰ ਲੈ ਕੇ ਆ ਰਹੇ ਕਿ ਕਿਸ ਤਰ੍ਹਾਂ ਲਗਾ ਸਕਦੇ ਆਪਾਂ ਪ੍ਰੂਫ ਸੋ ਉਹਦੀ ਇਨਫੋਰਮੇਸ਼ਨ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਣ ਵਾਲੇ ਹਾਂ ਡਿਟੇਲ ਦੇ ਵਿੱਚ ਇਨਫੋਰਮੇਸ਼ਨ ਦਵਾਂਗੇ ਕਿ ਕਿੱਥੋਂ ਪ੍ਰੂਫ ਤੁਸੀਂ ਲੈਣਾ ਹੈ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਪ੍ਰੂਫ ਲੈਣਾ ਹੈ ਤੇ ਪੂਰੀ ਚੀਜ਼ ਜਿਹੜੀ ਤੁਹਾਨੂੰ ਡਿਟੇਲ ਦੇ ਵਿੱਚ ਦਿੱਤੀ ਜਾਏਗੀ ਲੇਕਿਨ ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਇੱਕ ਪੁਆਇੰਟ ਦੱਸ ਦਈਏ ਉਹ ਵੀ ਕਾਫੀ ਇੰਪੋਰਟੈਂਟ ਗੱਲ ਹੈ ਜੋ ਕਿ ਪਰਫੋਰਮਾ ਨੂੰ ਲੈ ਕੇ ਹੈਗੀ ਹੈ ਸੋ ਆਪਾਂ ਤੁਹਾਨੂੰ ਦੱਸਿਆ ਸੀ ਪਰਫੋਰਮਾ 3 ਹੁੰਦੇ ਆ ਜੀ ਇੱਕ ਵਿਦਿਅਕ ਯੋਗਤਾ ਵਾਲਾ ਪਰਫੋਰਮਾ ਹੈ ਯਾਨੀ ਕਿ ਜਿਸ 'ਚ ਓਡੀਐਲ ਦੇ ਕੁਐਸਚਨਸ ਹੈ ਉਹ ਤਾਂ ਤੁਹਾਨੂੰ ਸਕਰੂਟਨੀ ਸ਼ਡਿਊਲ ਦੇ ਨਾਲ ਹੀ ਮਿਲ ਚੁੱਕੇ ਇਸ ਤੋਂ ਇਲਾਵਾ ਇਨਕਮ ਦੇ ਰਿਗਾਰਡਿੰਗ ਜੋ ਬੀਸੀ ਕੈਂਡੀਡੇਟਸ ਨੇ ਭਰਨਾ ਉਹ ਪਰਫੋਰਮਾ ਹੈ ਪਲੱਸ ਇੱਕ ਇੰਸਪੈਕਸ਼ਨ ਪਰਫੋਰਮਾ ਜਾਂ ਸਕਰੂਟਨੀ ਪਰਫੋਰਮਾ ਹੈਗਾ ਤਾਂ ਉਹਦੇ ਕਮੈਂਟਸ ਆ ਰਹੇ ਸੀ ਕਿ ਮੈਮ ਅਸੀਂ ਉਹ ਕਿੱਥੋਂ ਡਾਊਨਲੋਡ ਕਰੀਏ ਦੇਖੋ ਵੈਸੇ ਜੋ 2364 ਦੀ ਸਕਰੂਟਨੀ ਹੋਈ ਸੀ ਤਾਂ ਪਹਿਲੀ ਵਾਰ ਸਕਰੂਟਨੀ ਹੋਣੀ ਸੀ ਤਿੰਨੋਂ ਹੀ ਪਰਫੋਰਮੇ ਜਿਹੜੇ ਆ ਉਹ ਆਫੀਸ਼ੀਅਲ ਵੈਬਸਾਈਟ ਤੇ ਦਿੱਤੇ ਗਏ ਸੀ ਲੇਕਿਨ ਇਸ ਵਾਰ ਹਾਲੇ ਤੱਕ ਕੋਈ ਵੀ ਪਰਫੋਰਮਾ ਅਪਲੋਡ ਨਹੀਂ ਕੀਤਾ ਗਿਆ ਇਸ ਤੋਂ ਇਲਾਵਾ ਤੁਸੀਂ ਕੱਲ ਤੱਕ ਦੀ ਵੇਟ ਕਰ ਸਕਦੇ ਹੋ ਕੱਲ ਮਾਰਨਿੰਗ ਤੱਕ ਵੇਟ ਕਰ ਲਓ ਅਗਰ ਪਰਫੋਰਮੈਂਸ ਅਪਲੋਡ ਹੁੰਦੇ ਆ ਤਾਂ ਤੁਸੀਂ ਉਹ ਪਰਫੋਰਮਾ ਡਾਊਨਲੋਡ ਕਰਕੇ ਉਸ ਨੂੰ ਫਿਲ ਕਰਕੇ ਲੈ ਕੇ ਜਾ ਸਕਦੇ ਹੋ 28 ਨੂੰ ਸਕਰੂਟਨੀ ਹੈ ਲੇਕਿਨ ਅਗਰ ਨਹੀਂ ਵੀ ਪਰਫੋਰਮਾ ਅਪਲੋਡ ਹੁੰਦੇ ਤਾਂ ਟਾਈਮ ਜਿਵੇਂ ਇੱਕ ਹੀ ਦਿਨ ਦਾ ਹੈਗਾ ਵਿੱਚ ਤਾਂ ਤੁਸੀਂ 2364 ਵਾਲੀ ਜਿਹੜੀ ਲਿਸਟ ਹੈਗੀ ਉੱਥੇ ਜਾ ਕੇ ਤੁਸੀਂ ਆਪਣੇ ਪਰਫੋਰਮਾ ਜਿਹੜੇ ਡਾਊਨਲੋਡ ਕਰ ਸਕਦੇ ਹੋ ਆਪਾਂ ਤੁਹਾਨੂੰ ਸ਼ੋਅ ਕਰ ਦਿੰਦੇ ਹਾਂ ਤੁਸੀਂ ਦੇਖ ਸਕਦੇ ਹੋ 2364 ਈਟੀਟੀ ਦੀ ਜਿਹੜਾ ਪੋਰਟਲ ਉਹ ਆਪਾਂ ਓਪਨ ਕਰ ਲਿਆ ਤੇ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ 14/12/2020 ਨੂੰ ਇੱਥੇ ਤਿੰਨੋਂ ਪਰਫੋਰਮੇ ਜਿਹੜੇ ਅਪਲੋਡ ਕੀਤੇ ਗਏ ਸੀ 14 ਦਸੰਬਰ 2020 ਨੂੰ ਸਭ ਤੋਂ ਪਹਿਲਾਂ ਜੀ ਇੰਸਪੈਕਸ਼ਨ ਪਰਫੋਰਮਾ ਦੂਸਰਾ ਹੈ ਸੈਲਫ ਡਿਕਲੇਰੇਸ਼ਨ ਫਾਰਮ ਰਿਗਾਰਡਿੰਗ ਐਜੂਕੇਸ਼ਨ ਕੁਆਲੀਫਿਕੇਸ਼ਨ ਜਿਹੜਾ ਕਿ ਓਡੀਐਲ ਵਾਲਾ ਤੀਸਰਾ ਹੈ ਜੀ ਸੈਲਫ ਡਿਕਲੇਰੇਸ਼ਨ ਆਫ ਇਨਕਮ ਫॉर ਬੀਸੀ ਕੈਂਡੀਡੇਟਸ ਪਰਫੋਰਮਾ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਜੀ ਪਰਫੋਰਮਾ ਉਹੀ ਹੁੰਦੇ ਨੇ ਪਰਫੋਰਮਾ ਦੇ ਕਿਤੇ 2364 ਜਾਂ 6635 ਇਦਾਂ ਕਰਕੇ ਕੋਈ ਮੈਂਸ਼ਨ ਵੀ ਨਹੀਂ ਹੈ ਵੀ ਇਹ ਪਰਫੋਰਮਾ 2364 ਚ ਲੱਗ ਸਕਦਾ ਸੀ 6635 ਚ ਨਹੀਂ ਲੱਗ ਸਕਦਾ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਅਗਰ ਕੋਈ ਹੋਰ ਪਰਫੋਰਮਾ ਅਪਲੋਡ ਨਹੀਂ ਹੁੰਦਾ ਕੱਲ ਤੱਕ ਤਾਂ ਤੁਸੀਂ ਇੱਥੋਂ ਪਰਫੋਰਮਾ ਡਾਊਨਲੋਡ ਕਰਕੇ ਇਸ ਨੂੰ ਫਿਲ ਕਰਕੇ ਲੈ ਕੇ ਜਾ ਸਕਦੇ ਹੋ ਅਦਰਵਾਈਜ਼ ਓਡੀਐਲ ਵਾਲਾ ਤਾਂ ਮਿਲ ਹੀ ਚੁੱਕਿਆ ਦੋ ਹੀ ਰਹਿ ਗਏ ਨੇ ਇੱਕ ਇੰਸਪੈਕਸ਼ਨ ਪਰਫੋਰਮਾ ਤੇ ਇੱਕ ਸੈਲਫ ਡਿਕਲੇਰੇਸ਼ਨ ਆਫ ਇਨਕਮ ਫॉर ਬੀਸੀ ਕੈਂਡੀਡੇਟਸ ਤਾਂ ਇੱਥੋਂ ਤੁਸੀਂ ਆਪਣੇ ਪਰਫੋਰਮਾ ਡਾਊਨਲੋਡ ਕਰਕੇ ਫਿਲ ਕਰਕੇ ਲੈ ਕੇ ਜਾ ਸਕਦੇ ਹੋ ਹਾਂਜੀ ਹੁਣ ਗੱਲ ਆ ਜਾਂਦੀ ਜੀ ਓਡੀਐਲ ਦੇ ਪ੍ਰੂਫ ਦੀ ਤਾਂ ਦੇਖੋ ਆਪਾਂ ਤੁਹਾਨੂੰ ਦੱਸਿਆ ਜੀ ਓਡੀਐਲ ਦੇ ਪ੍ਰੂਫ ਜਿਹੜੇ ਨੇ ਉਹ ਸਟੇਟ ਦੇ ਕੈਂਡੀਡੇਟਸ ਦੇ ਲਈ ਹੈ ਪਲੱਸ ਉਹਨਾਂ ਲਈ ਹੈ ਜਿਨ੍ਹਾਂ ਨੇ ਡਿਸਟੈਂਸ ਤੋਂ ਕੋਈ ਡਿਗਰੀ ਕੀਤੀ ਹੁੰਦੀ ਹੈ ਅਗਰ ਕੋਈ ਪੰਜਾਬ ਦਾ ਕੈਂਡੀਡੇਟ ਹੈ ਪਲੱਸ ਉਸਨੇ ਪੰਜਾਬ 'ਚ ਚਾਹੇ ਡਿਸਟੈਂਸ ਤੋਂ ਕੀਤੀ ਹੋਵੇ ਉਹਨੂੰ ਇੱਥੇ ਕੋਈ ਵੀ ਪ੍ਰੂਫ ਲਗਾਉਣ ਦੀ ਲੋੜ ਨਹੀਂ ਹੈ ਕਾਫੀ ਸਾਰੇ ਹੋਰ ਵੀ ਕੇਸਿਸ ਹੈਗੇ ਕੋਈ ਹੁੰਦਾ ਕਿ ਪੰਜਾਬ ਦਾ ਕੈਂਡੀਡੇਟ ਹੈ ਲੇਕਿਨ ਉਸਨੇ ਅਦਰ ਸਟੇਟ ਤੋਂ ਡਿਗਰੀ ਕੀਤੀ ਹੋਈ ਹੈ ਲਾਈਕ ਕੋਈ ਪੰਜਾਬ ਦਾ ਕੈਂਡੀਡੇਟ ਹੈ ਲੇਕਿਨ ਉਸਨੇ ਹਰਿਆਣਾ ਤੋਂ ਕੀਤੀ ਹੈ ਜਾਂ ਜੰਮੂ ਐਂਡ ਕਸ਼ਮੀਰ ਤੋਂ ਕੀਤੀ ਹੋਈ ਹੈ ਤਦ ਵੀ ਤੁਹਾਨੂੰ ਇਹਦਾ ਜਿਹੜਾ ਪ੍ਰੂਫ ਹੈ ਉਹ ਲਗਾਉਣਾ ਪਏਗਾ ਕਿਉਂਕਿ ਗੱਲ ਇਹ ਤੁਹਾਡੀ ਰੈਜ਼ੀਡੈਂਸ ਦੀ ਨਹੀਂ ਹੈਗੀ ਗੱਲ ਇਹ ਹੈ ਕਿ ਤੁਹਾਨੇ ਜਿਹੜੇ ਕਾਲਜ ਜਾਂ ਜਿਹੜੇ ਯੂਨੀਵਰਸਿਟੀ ਜਾਂ ਜਿਹੜੇ ਇੰਸਟੀਟਿਊਸ਼ਨ ਤੋਂ ਕੀਤੀ ਹੈ ਉਹ ਪੰਜਾਬ ਤੋਂ ਬਾਹਰ ਹੈ ਅਗਰ ਤੁਸੀਂ ਪੰਜਾਬ ਤੋਂ ਬਾਹਰ ਕਿਸੇ ਇੰਸਟੀਟਿਊਸ਼ਨ ਦੇ ਵਿੱਚ ਕੁਝ ਕਰਦੇ ਹੋ ਤਾਂ ਉਹਦਾ ਪ੍ਰੂਫ ਤੁਹਾਨੂੰ ਇੱਥੇ ਲਗਾਉਣਾ ਪਏਗਾ ਪਲੱਸ ਉਹ ਜਿਹੜਾ ਵੀ ਤੁਹਾਨੂੰ ਉਹ ਕੀਤਾ ਹੁੰਦਾ ਰੈਗੂਲਰ ਨਾਲ ਨਾ ਕਰਕੇ ਡਿਸਟੈਂਸ ਨਾਲ ਕੀਤੀ ਹੋਈ ਹੈ ਤਾਂ ਤੁਹਾਨੂੰ ਇਹ ਪ੍ਰੂਫ ਜਿਹੜਾ ਲਗਾਉਣਾ ਪਏਗਾ ਅਗਰ ਤੁਸੀਂ ਅਦਰ ਸਟੇਟ ਤੋਂ ਕਰਦੇ ਹੋ ਲੇਕਿਨ ਰੈਗੂਲਰ ਕਰਦੇ ਹੋ ਤਦ ਵੀ ਕੋਈ ਪ੍ਰੋਬਲਮ ਨਹੀਂ ਹੈਗੀ ਗੱਲ ਇਹ ਹੈ ਕਿ ਤੁਹਾਡਾ ਜਿਹੜਾ ਇੰਸਟੀਟਿਊਸ਼ਨ ਉਹ ਇੱਕ ਅਦਰ ਸਟੇਟ ਦਾ ਹੋਵੇ ਪਲੱਸ ਤੁਹਾਨੂੰ ਉੱਥੋਂ ਡਿਗਰੀ ਜਿਹੜੀ ਆ ਉਹ ਡਿਸਟੈਂਸ ਐਜੂਕੇਸ਼ਨ ਨਾਲ ਕੀਤੀ ਹੋਵੇ ਤਾਂ ਇੱਥੇ ਪ੍ਰੂਫ ਦੀ ਲੋੜ ਹੈ ਬਾਕੀ ਫਿਰ ਵੀ ਆਪਾਂ ਤੁਹਾਨੂੰ ਕਹਿੰਦੇ ਹੁੰਦੇ ਹਾਂ ਕੋਈ ਵੀ ਪ੍ਰੂਫ ਜਾਂ ਕੋਈ ਵੀ ਸਰਟੀਫਿਕੇਟ ਜਾਂ ਕੋਈ ਵੀ ਇੱਕ ਹੋਰ ਕਾਗਜ਼ ਤੁਸੀਂ ਪ੍ਰਿੰਟ ਕਢਾਉਣ ਤੇ ਕੋਈ ਜ਼ਿਆਦਾ ਮੁੱਲ ਨਹੀਂ ਲੱਗਦਾ ਅਗਰ ਤੁਹਾਨੂੰ ਪ੍ਰੂਫ ਮਿਲਦੇ ਆ ਤੁਸੀਂ ਫਾਰਮ ਫਿਲ ਕਰ ਸਕਦੇ ਹੋ ਤਾਂ ਜ਼ਰੂਰ ਆਪਣਾ ਫਾਰਮ ਫਿਲ ਕਰਕੇ ਲੈ ਕੇ ਜਾਓ ਉੱਥੇ ਕੁਝ ਨਹੀਂ ਪਤਾ ਚੱਲਦਾ ਹੁੰਦਾ ਕਿੱਥੋਂ ਕੀ ਮੰਗ ਲੈਣ ਪਰ ਕੀ ਚੀਜ਼ ਮੰਗੀ ਗਈ ਹੈ ਕਿੰਨਾ ਤੋਂ ਮੰਗੀ ਗਈ ਹੈ ਉਹ ਆਪਾਂ ਤੁਹਾਨੂੰ ਮੈਂਸ਼ਨ ਕਰ ਦਿੱਤਾ ਲੇਕਿਨ ਅਗਰ ਤੁਸੀਂ ਐਕਸਟਰਾ ਤੋਂ ਕੁਝ ਲੈ ਜਾਓਗੇ ਤਾਂ ਤੁਹਾਡਾ ਜ਼ਿਆਦਾ ਨੁਕਸਾਨ ਨਹੀਂ ਹੋਣਾ ਪਰ ਅਗਰ ਉੱਥੇ ਮੰਗ ਲਿਆ ਤਾਂ ਜ਼ਰੂਰ ਤੁਸੀਂ ਇੱਥੇ ਸ਼ੋਅ ਕਰ ਸਕਦੇ ਹੋ ਬਾਕੀ ਕਿੰਨਾ ਤੋਂ ਮੰਗਿਆ ਗਿਆ ਉਹ ਚੀਜ਼ ਆਪਾਂ ਤੁਹਾਨੂੰ ਕਲੀਅਰ ਕਰ ਦਿੱਤੀ ਹੈ ਫਿਰ ਵੀ ਇੱਕ ਵਾਰ ਜਿੰਨੇ ਵੀ ਕੈਂਡੀਡੇਟਸ ਹੈਗੇ ਅਗਰ ਤੁਸੀਂ ਇਕੱਠੇ ਕਰ ਸਕਦੇ ਹੋ ਪ੍ਰੂਫ ਜਿਵੇਂ ਕਿ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਅੱਗੇ ਦੱਸਣ ਵਾਲੀ ਹਾਂ ਤਾਂ ਜ਼ਰੂਰ ਆਪਣੇ ਨਾਲ ਜਿਹੜਾ ਫਾਰਮ ਉਹ ਨਾਲ ਲੈ ਕੇ ਜਾਇਓ ਅਦਰਵਾਈਜ਼ ਇਹ ਉਹਨਾਂ ਲਈ ਹੈ ਜੋ ਅਦਰ ਸਟੇਟਸ ਤੋਂ ਨਹੀਂ ਮਤਲਬ ਤੁਹਾਨੂੰ ਜਿਹੜੀ ਇੰਸਟੀਟਿਊਸ਼ਨ ਤੋਂ ਕੀਤਾ ਜੋ ਵੀ ਤੁਹਾਡਾ ਇੰਸਟੀਟਿਊਸ਼ਨ ਹੈ ਤੁਸੀਂ ਚਾਹੇ ਕਿਸੇ ਵੀ ਸਟੇਟ ਤੋਂ ਅਗਰ ਤੁਹਾਨੂੰ ਪੜ੍ਹਾਈ ਜਿਹੜੀ ਹੈ ਅਦਰ ਸਟੇਟ ਦੀ ਇੰਸਟੀਟਿਊਸ਼ਨ ਤੋਂ ਕੀਤੀ ਹੈ ਪਲੱਸ ਤੁਸੀਂ ਡਿਸਟੈਂਸ ਨਾਲ ਕੀਤੀ ਹੈ ਉਹਨਾਂ ਤੋਂ ਇਹ ਪਰਫੋਰਮਾ ਜਿਹੜਾ ਉਹ ਮੰਗਿਆ ਗਿਆ ਬਾਕੀ ਕਿਵੇਂ ਫਿਲ ਕਰਨਾ ਕਿੱਥੋਂ ਪ੍ਰੂਫ ਲੈਣੇ ਆਪਾਂ ਤੁਹਾਨੂੰ ਅੱਗੇ ਸ਼ੋਅ ਕਰਨ ਵਾਲੇ ਤੁਸੀਂ ਆਪਣੀ ਯੂਨੀਵਰਸਿਟੀ ਸਰਚ ਕਰ ਸਕਦੇ ਹੋ PDF ਹੈਗੀ ਹੈ ਪੂਰੀ ਫਾਈਲ ਤੁਸੀਂ ਆਪਣਾ ਸਰਚ ਕਰਕੇ ਆਪਣਾ ਜਿਵੇਂ ਕੁਰੂਕਸ਼ੇਤਰ ਯੂਨੀਵਰਸਿਟੀ ਦਾ ਬਹੁਤ ਕਾਫੀ ਪੁੱਛਦੇ ਆ ਜਾਂ ਕਿਸੇ ਹੋਰ ਯੂਨੀਵਰਸਿਟੀ ਤੋਂ ਤੁਸੀਂ ਫਿਲ ਕੀਤਾ ਤਾਂ ਤੁਸੀਂ ਉਹ ਆਪਣੀ ਯੂਨੀਵਰਸਿਟੀ ਦਾ ਨੇਮ ਫਿਲ ਕਰਕੇ ਉੱਥੋਂ ਸਰਚ ਕਰ ਸਕਦੇ ਹੋ ਤਾਂ ਤੁਹਾਡੀ ਯੂਨੀਵਰਸਿਟੀ ਵੀ ਉੱਥੇ ਸ਼ੋਅ ਹੋ ਜਾਏਗੀ ਸੋ ਆਪਣੀ ਯੂਨੀਵਰਸਿਟੀ ਵੀ ਤੁਸੀਂ ਉੱਥੇ ਫਾਈਂਡ ਕਰ ਸਕਦੇ ਹੋ ਡੀਲ ਦੇ ਕੁਐਸਚਨਸ ਕਿਸ ਤਰ੍ਹਾਂ ਫਾਈਂਡ ਕਰਨੇ ਸੋ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਆਪਾਂ ਪਹੁੰਚ ਚੁੱਕੇ ਹਾਂ ਜੀ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਯਾਨੀ ਕਿ UGC ਦੀ ਆਫੀਸ਼ੀਅਲ ਵੈਬਸਾਈਟ ਤੇ ਜਿਵੇਂ ਤੁਸੀਂ ਉਸ ਆਫੀਸ਼ੀਅਲ ਵੈਬਸਾਈਟ ਤੇ ਪਹੁੰਚਦੇ ਹੋ ਤਾਂ ਤੁਸੀਂ ਨੀਚੇ ਸਕਰੋਲ ਕਰਨਾ ਹੈ ਔਰ ਇਸ ਤਰ੍ਹਾਂ ਸਕਰੋਲ ਕਰਕੇ ਨੀਚੇ ਤੁਹਾਨੂੰ ਇਸ ਤਰ੍ਹਾਂ ਦੇ ਕੁਇਕ ਲਿੰਕਸ ਜਿਹੜੇ ਆ ਫॉर UGC ਆਫੀਸ਼ੀਅਲਸ ਤੁਹਾਨੂੰ ਮਿਲ ਜਾਣਗੇ ਇਹਦੇ ਵਿੱਚ ਤੁਸੀਂ ਇੱਥੇ ਦੇਖ ਸਕਦੇ ਹੋ ਕੁਇਕ ਲਿੰਕਸ ਦੇ ਵਿੱਚ ਨੀਚੇ ਜਾ ਕੇ ਇਹਦੇ ਵਿੱਚ ਤੁਸੀਂ ਇੱਥੇ ਦੇਖ ਸਕਦੇ ਹੋ DEB ਦਾ ਇੱਕ ਲਿੰਕ ਹੈਗਾ ਤੁਸੀਂ ਇਸ DEB ਵਾਲੇ ਲਿੰਕ ਤੇ ਕਲਿੱਕ ਕਰਨਾ ਹੈ ਤੇ ਜਿਵੇਂ ਤੁਸੀਂ ਕਰਦੇ ਹੋ ਡਿਸਟੈਂਸ ਐਜੂਕੇਸ਼ਨ ਬਿਊਰੋ ਦੀ ਆਫੀਸ਼ੀਅਲ ਵੈਬਸਾਈਟ ਤੁਹਾਡੇ ਸਾਹਮਣੇ ਓਪਨ ਹੋ ਜਾਂਦੀ ਹੈ ਤੇ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਓਪਨ ਐਂਡ ਡਿਸਟੈਂਸ ਲਰਨਿੰਗ ਦਾ ਇੱਥੇ ODL ਦਾ ਰਿਲੇਟਡ ਸਾਰੇ ਜਿਹੜੇ ਇੱਥੇ ਉਹ ਦਿੱਤੇ ਹੋਏ ਨੇਗੇ ਲਿੰਕਸ ਤਾਂ ਤੁਸੀਂ ਦੇਖ ਸਕਦੇ ਹੋ UGC ਰੈਗੂਲੇਸ਼ਨ 2020 ਦੇ ਵੀ ਪਏ ਆ 2020 ਅਮੈਂਡਮੈਂਟਸ ਦੇ ਵੀ ਪਏ ਆ ਤੇ ਨਾਲ ਹੀ ਤੁਸੀਂ ਇੱਥੇ ਦੇਖ ਸਕਦੇ ਹੋ ਰਿਕੋਗਨਾਈਜੇਸ਼ਨ ਅਕੋਰਡਡ ਫॉर ODL ਪ੍ਰੋਗਰਾਮ ਈਅਰ ਵਾਈਜ਼ ਤਾਂ ਈਅਰ ਵਾਈਜ਼ ਤੁਸੀਂ ਇੱਥੇ 2020 21 19 20 18 19 16 17 15 16 ਸਾਰੇ ਹੀ ਯੂਨੀਵਰਸਿਟੀਜ਼ ਦਾ ਤੁਸੀਂ ਇੱਥੇ ਜਾ ਕੇ ਜਿਸ ਵੀ ਈਅਰ ਦੇ ਵਿੱਚ ਤੁਸੀਂ ਆਪਣੀ ਉੱਥੋਂ ਡਿਗਰੀ ਕੀਤੀ ਹੈ ਉਹ ਤੁਸੀਂ ਇੱਥੇ ਉਸ ਈਅਰ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਆਪਾਂ 15 16 ਦਾ ਓਪਨ ਕਰ ਲੈਂਦੇ ਹਾਂ ਤੇ ਦੇਖ ਸਕਦੇ ਹੋ ਇਹ ਹੈਗਾ ਜੀ ਆਪਾਂ 2015 16 ਨੂੰ ਜਿਹੜਾ ਹੈ ਆਪਾਂ ਓਪਨ ਕਰ ਲਿਆ 16 2 2016 ਨੂੰ ਇਹ ਅਪਡੇਟ ਹੋਇਆ ਸੀ ਮੋਸਟਲੀ ਜਿਹੜੇ ਮੈਨੂੰ ਕੁਐਸਚਨ ਆਉਂਦੇ ਆ ਉਹ ਕੁਰੂਕਸ਼ੇਤਰ ਯੂਨੀਵਰਸਿਟੀ ਨੂੰ ਲੈ ਕੇ
ਕੇ ਆਉਂਦੇ ਆ ਤਾਂ ਆਪਾਂ ਤੁਹਾਨੂੰ ਦੱਸ ਦਈਏ ਇਹਦੇ ਵਿੱਚ ਕੁਰੂਕਸ਼ੇਤਰ ਯੂਨੀਵਰਸਿਟੀ ਵੀ ਜਿਹੜੀ ਆ ਉਹ ਮੈਂਸ਼ਨ ਹੈਗੀ ਆ। ਤੁਸੀਂ ਦੇਖ ਸਕਦੇ ਹੋ 26 ਨੰਬਰ ਤੇ ਕੁਰੂਕਸ਼ੇਤਰ ਯੂਨੀਵਰਸਿਟੀ ਹਰਿਆਣਾ ਦੀ ਇਹ ਮੈਂਸ਼ਨ ਹੈ, ਇਹਨੂੰ ਰਿਕੋਗਨਾਈਜੇਸ਼ਨ ਲੈਟਰ ਜਿਹੜੀ ਉਹ ਮਿਲੀ ਹੋਈ ਹੈ। ਤਾਂ ਇਸ ਤਰ੍ਹਾਂ ਤੁਸੀਂ ਜਿਹੜੇ ਵੀ ਈਅਰ ਦੇ ਵਿੱਚ ਤੁਹਾਨੂੰ ਆਪਣੀ ਗ੍ਰੈਜੂਏਸ਼ਨ ਕੀਤੀ ਹੈ, ਸੋ ਉਸ ਈਅਰ ਦਾ ਤੁਸੀਂ ਪ੍ਰਿੰਟ ਆਊਟ ਉਸ ਪੇਜ ਦਾ, ਜਿਵੇਂ ਤੁਸੀਂ ਕੁਰੂਕਸ਼ੇਤਰ ਵਾਲੇ ਆਹ ਵਾਲਾ ਪੇਜ ਜਿਹੜਾ ਨਿਕਾਲ ਕੇ ਇੱਥੇ ਲਗਾ ਸਕਦੇ ਨੇ ਐਜ਼ ਅ ਪ੍ਰੂਫ। ਹੁਣ ਇਹਦੇ ਵਿੱਚ ਤੁਸੀਂ ਇੱਥੇ ਦੇਖਦੇ ਹੋ 15-16 ਤੱਕ ਦੇ ਤਾਂ ਤੁਹਾਨੂੰ ਸਾਰੇ ਮਿਲ ਜਾਣਗੇ, ਲੇਕਿਨ ਉਸ ਤੋਂ ਪ੍ਰੀਵੀਅਸ ਜਿਹੜੀ ਰਿਕੋਗਨਾਈਜੇਸ਼ਨ ਹੈ, ਯਾਨੀ ਕਿ ਇਸ ਤੋਂ ਪਹਿਲਾਂ ਕਿਸੇ ਸਾਲ ਦੇ ਵਿੱਚ ਅਗਰ ਕਿਸੇ ਨੇ ਇੱਥੇ ਗ੍ਰੈਜੂਏਸ਼ਨ ਕੀਤੀ ਹੋਵੇ ਜਾਂ ਕੋਈ ਹੋਰ ਕੋਰਸ ਕੀਤਾ ਹੋਵੇ ਤਾਂ ਤੁਸੀਂ ਪ੍ਰੀਵੀਅਸ ਰਿਕੋਗਨਾਈਜੇਸ਼ਨ ਤੇ ਕਲਿੱਕ ਕਰਕੇ ਹਾਂਜੀ ਪ੍ਰੀਵੀਅਸ ਰਿਕੋਗਨਾਈਜੇਸ਼ਨ ਤੇ ਜਿਹੜੀ ਹੈ ਸਾਰੇ ਲੈਟਰ ਜਿਹੜਾ ਓਪਨ ਹੋ ਜਾਏਗਾ ਤੇ ਇਸ ਦੇ ਵਿੱਚ ਤੁਸੀਂ ਆਪਣੀ ਯੂਨੀਵਰਸਿਟੀ ਜਿਹੜੀ ਆ ਉਹ ਫਾਈਂਡ ਕਰ ਸਕਦੇ ਹੋ। ਤੇ ਦੇਖੋ ਤੁਸੀਂ ਦੇਖ ਸਕਦੇ ਹੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿਹੜੀ ਹੈ ਮੈਂਸ਼ਨ ਹੈ, ਉਸ ਤੋਂ ਪਹਿਲਾਂ ਉੱਪਰ ਪੰਜਾਬ ਯੂਨੀਵਰਸਿਟੀ ਜਿਹੜੀ ਹੈਗੀ ਟੈਕਨੀਕਲ, ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਉਹ ਵੀ ਮੈਂਸ਼ਨ ਹੈ, ਨੀਚੇ ਥਾਪਰ ਯੂਨੀਵਰਸਿਟੀ ਜਿਹੜੀ ਹੈਗੀ ਹੈ ਉਹ ਵੀ ਮੈਂਸ਼ਨ ਹੈ। ਤੇ ਨੈਕਸਟ ਆਪਾਂ ਗੱਲ ਕਰ ਲੈਂਦੇ ਜੀ NOIS ਤੋਂ। NOIS ਤੋਂ ਡੀਐਲਐਡ ਕਾਫੀ ਕੈਂਡੀਡੇਟਸ ਨੇ ਕੀਤੀ ਹੈ ਤੇ ਉਹ ਪੁੱਛਦੇ ਕਿ ਸਾਡੀ ਜਿਹੜੀ NOIS ਤੋਂ ਡੀਐਲਐਡ ਕੀਤੀ ਹੈ ਕਿ ਉਹ ਵੈਲਿਡ ਹੈ। ਯੈਸ, ਤੁਹਾਡੀ NOIS ਤੋਂ ਕੀਤੀ ਹੋਈ ਡੀਐਲਐਡ ਵੀ ਵੈਲਿਡ ਹੈ, ਕੋਈ ਉੱਥੇ ਓਬਜੈਕਸ਼ਨ ਵਾਲੀ ਗੱਲ ਨਹੀਂ ਹੈਗੀ। ਤੇ ਫਿਰ ਉਹ ਪੁੱਛਦੇ ਕਿ ਅਸੀਂ ODL ਦੇ ਕੁਐਸਚਨ ਫਿਲ ਕਰਨੇ ਆ ਜਾਂ ਨਹੀਂ ਕਰਨੇ। ODL ਦੇ ਲਈ ਤੁਸੀਂ ਜਿਹੜਾ ਹੈ ਕੋਈ ਕੁਐਸਚਨ ਤੁਹਾਨੂੰ ਅਲੱਗ ਤੋਂ ਲਿਖਣ ਦੀ ਕੁਝ ਲੋੜ ਨਹੀਂ ਹੈ ਇੱਥੇ, ਉਹ ਚੀਜ਼ ਤੁਸੀਂ ਉੱਥੇ ਜਾ ਕੇ ਵੀ ਕਲੀਅਰ ਕਰ ਸਕਦੇ ਹੋ। ਵੈਸੇ ਮੈਨੂੰ ਲੱਗਦਾ ਤੁਹਾਨੂੰ ਇੱਥੇ ਕੁਝ ਵੀ ਲਿਖਣ ਦੀ ਜ਼ਰੂਰਤ ਨਹੀਂ ਹੈ। ਰਹੀ ਗੱਲ ਪ੍ਰੂਫ, NIOS ਦੀ ਓਫੀਸ਼ੀਅਲ ਵੈਬਸਾਈਟ ਤੇ ਜਾਓਗੇ ਤਾਂ ਤੁਹਾਨੂੰ ਉੱਥੇ ਜਿਹੜਾ ਪ੍ਰੂਫ ਮਿਲ ਜਾਏਗਾ। ਆਪਾਂ ਤੁਹਾਨੂੰ ਸ਼ੋਅ ਕਰ ਦਿੰਦੇ ਹਾਂ। ਹਾਂਜੀ, ਇਹ ਹੈਗੀ NIOS ਦੀ ਓਫੀਸ਼ੀਅਲ ਵੈਬਸਾਈਟ, ਨੈਸ਼ਨਲ ਇੰਸਟੀਚਿਊਟ ਆਫ ਓਪਨ ਸਕੂਲਿੰਗ। ਤੇ ਇਹਦੇ ਵਿੱਚ ਤੁਸੀਂ ਦੇਖੋ ਆ ਸਾਰਾ ਪੈਰਾਗ੍ਰਾਫ ਜਿਹੜਾ ਇੱਥੇ ਮੈਂਸ਼ਨ ਹੈ, ਜਿਹਦੇ ਵਿੱਚ ਇਹ ਮੈਂਸ਼ਨ ਹੈ ਕਿ ਇਸ ਇੰਸਟੀਟਿਊਸ਼ਨ ਨੂੰ ਇਹ ਮਾਨਤਾ ਪ੍ਰਾਪਤ ਇੰਸਟੀਟਿਊਸ਼ਨ ਹੈ ਤੇ ਇਹਨੂੰ ਓਪਨ ਬੇਸਿਸ ਐਜੂਕੇਸ਼ਨ ਪ੍ਰੋਗਰਾਮ ਕਰਾਉਣ ਦੀ ਪਲੱਸ ਡੀਐਲਐਡ ਦਾ ਕੋਰਸ ਕਰਾਉਣ ਦੀ ਇਹਦੇ ਪਾਸ ਮਾਨਤਾ ਹੈਗੀ ਹੈ। ਸੋ ਇਹ ਗੱਲ ਦਾ ਪ੍ਰੂਫ ਹੈਗਾ ਕਿ ਇਹ ਜਿਹੜੀ ਜੋ ਵੀ ਇੰਸਟੀਟਿਊਸ਼ਨ ਹੈ ਵੀ ਇਹ ਡੀਐਲਐਡ ਜਿਹੜਾ ਉਹ ਕਰਵਾ ਸਕਦਾ ਹੈ। ਸੋ ਬਸ ਇਹੀ ਪ੍ਰੂਫ ਚਾਹੀਦਾ ਹੁੰਦਾ ਕਿ ਉਹ ਡੀਐਲਐਡ ਕਰਵਾ ਸਕਦਾ ਔਰ ਯੈਸ ਇਹ ਡੀਐਲਐਡ ਕਰਵਾ ਸਕਦਾ ਹੈ। ਵੱਧ ਤੋਂ ਵੱਧ ਤੁਸੀਂ ਚਾਹੋ ਤਾਂ ਇਸ ਪੇਜ ਦਾ ਜਿਹੜਾ ਹੈਗਾ ਉਹ ਪ੍ਰਿੰਟ ਆਊਟ ਨਿਕਾਲ ਕੇ ਨਾਲ ਲਗਾ ਸਕਦੇ ਹੋ, ਅਦਰਵਾਈਜ਼ ਓਫੀਸ਼ੀਅਲ ਵੈਬਸਾਈਟ ਦੀ ਕੋਈ ਇੱਦਾਂ ਜ਼ਰੂਰਤ ਤਾਂ ਹੁੰਦੀ ਨਹੀਂ, ਪਰ ਫਿਰ ਵੀ ਤੁਸੀਂ ਇਸ ਪੇਜ ਦਾ ਜਿਹੜਾ ਪ੍ਰਿੰਟ ਆਊਟ ਹੈ ਉਹ ਨਿਕਾਲ ਕੇ ਨਾਲ ਲੈ ਕੇ ਜਾ ਸਕਦੇ ਹੋ। ਅਦਰਵਾਈਜ਼ ਇੱਥੇ ਕੋਈ ਏਡੀ ਵੱਡੀ ਗੱਲ ਨਹੀਂ ਹੈਗੀ। ਇਹ ਜਿਹੜੀ ਨੈਸ਼ਨਲ ਇੰਸਟੀਚਿਊਟ ਆਫ ਓਪਨ ਸਕੂਲਿੰਗ ਹੈ ਇਹਦੇ ਪਾਸ ਪੂਰਾ ਰਾਈਟ ਹੈਗਾ ਆਪਣਾ ਕੋਰਸ ਕਰਵਾਉਣ ਦੀ। ਸੋ NOIS ਤੋਂ ਜਿਨ੍ਹਾਂ ਨੇ ਡੀਐਲਐਡ ਕੀਤੀ ਹੈ ਉਹਨਾਂ ਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ, ਉਹਨਾਂ ਦੀ ਡਿਗਰੀ ਜਿਹੜੀ ਹੈ ਵੈਲਿਡ ਹੈ, ਪਲੱਸ ਇਹ ਪੇਜ ਵੱਧ ਤੋਂ ਵੱਧ ਤੁਸੀਂ ਉੱਥੇ ਨਾਲ ਲਗਾ ਸਕਦੇ ਹੋ ਐਜ਼ ਅ ਪ੍ਰੂਫ। ਬਾਕੀ ਇਹਦੇ ਵਿੱਚ ਕੋਈ ODL ਵਾਲੇ ਕੁਐਸਚਨ ਫਿਲ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ, ਬਸ ਇਹ ਪ੍ਰੂਫ ਜਿਹੜਾ ਨਾਲ ਲੈ ਕੇ ਚਲੇ ਜਾਇਓ। ਤੇ ਇਹ ਸੀਗੇ ਜੀ, ਇਸ ਤਰ੍ਹਾਂ ਤੁਸੀਂ ਜਾ ਕੇ ਆਪਣੇ ODL ਦੇ ਕੁਐਸਚਨਸ ਜਿਹੜੇ ਪ੍ਰੂਫ ਹੈ ਉਹ ਫਾਈਂਡ ਕਰ ਸਕਦੇ ਹੋ। ਹਰ ਇੱਕ ਈਅਰ ਦੇ ਮੈਂ ਤੁਹਾਨੂੰ ਜਿਹੜੇ ਇਹਦੇ ਵਿੱਚ ਦੱਸੇ ਕਿ ਕਿਸੇ ਵੀ ਸਾਲ ਦੇ ਵਿੱਚ ਤੁਸੀਂ ਅਗਰ ਕੀਤੀ ਹੈਗੀ ਹੈ ਤਾਂ ਤੁਸੀਂ ਉਸ ਸਾਲ ਦਾ ਕਿਸ ਤਰ੍ਹਾਂ ਫਾਈਂਡ ਕਰ ਸਕਦੇ ਹੋ। ਇਹ ਸੀਗੀ ਜੀ ਇਨਫੋਰਮੇਸ਼ਨ ODL ਦੇ ਕੁਐਸਚਨਸ ਦੇ ਪ੍ਰੂਫ ਕਿਸ ਤਰ੍ਹਾਂ ਲਗਾਉਣੇ ਆ, ਕਿੱਥੋਂ ਲਗਾਉਣੇ ਆ। ਆਈ ਹੋਪ ਤੁਹਾਡੇ ਸਾਰੇ ਹੀ ਜਿਹੜੇ ਡਾਊਟਸ ਆ ਕਲੀਅਰ ਹੋ ਗਏ ਹੋਣਗੇ। ਜੇ ਫਿਰ ਵੀ ਤੁਹਾਡਾ ਕੋਈ ਡਾਊਟ ਰਹਿੰਦਾ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ, ਆਪਾਂ ਤੁਹਾਡੇ ਡਾਊਟਸ ਜਿਹੜੇ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗੇ। ਜੇ ਵੀਡੀਓ ਤੁਹਾਡੇ ਲਈ ਯੂਜ਼ਫੁਲ ਰਹੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰੋ ਤੇ ਪਲੀਜ਼ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਕਿਉਂਕਿ ਤੁਹਾਨੂੰ ਪਤਾ ODL ਦੇ ਪ੍ਰੂਫ ਨੂੰ ਲੈ ਕੇ ਸਾਰੇ ਹੀ ਜਿਹੜੇ ਕੈਂਡੀਡੇਟਸ ਆ ਡਾਊਟ ਦੇ ਵਿੱਚ ਹੈ। ਤਾਂ ਪਲੀਜ਼ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਸਭ ਤੱਕ ਪਹੁੰਚ ਸਕੇ ਤੇ ਸਾਰੇ ਆਪਣੇ ਜਿਹੜੇ ਪ੍ਰੂਫਸ ਆ ਉਹ ਲਗਾ ਸਕਣ। ਤੇ ਨਾਲੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ, ਪਰ ਤੁਹਾਨੂੰ ਪਤਾ ਕਈ ਵਾਰ YouTube ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਨਹੀਂ ਪਹੁੰਚ ਪਾਉਂਦੀ, ਤਾਂ ਪਲੀਜ਼ ਟੈਲੀਗ੍ਰਾਮ ਚੈਨਲ ਨੂੰ ਜ਼ਰੂਰ ਜੁਆਇਨ ਕਰੋ। ਉਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਮਿਲ ਜਾਏਗਾ ਤਾਂ ਕਿ ਸਾਰੀ ਵੀਡੀਓਜ਼ ਦੀ ਜਾਣਕਾਰੀ ਤੁਹਾਡੇ ਤੱਕ ਟਾਈਮ ਸਿਰ ਤੇ ਸਭ ਤੋਂ ਪਹਿਲਾਂ ਪਹੁੰਚਦੀ ਰਹੇ। ਥੈਂਕ ਯੂ।